हरप्रीत सिंह मैं भारतीय किसान यूनियन एकता सिद्धूपुर ਤੋਂ ਬਿਲੋਂਗ ਕਰਦਾ ਹਾਂ। ਅੱਜ ਇੱਥੇ IVY ਮਾਨਸਾ ਰੋਡ ਬਠਿੰਡਾ ਹਸਪਤਾਲ ਆਉਣ ਦਾ ਸਾਡਾ ਕਾਰਨ ਕੀ ਹੈ? ਸਾਨੂੰ ਪਤਾ ਲੱਗਿਆ ਕਿ ਇੱਥੇ ਕੋਈ ਪਰਦੇਸੀ ਆਦਮੀ ਹੈ ਜਿਹੜਾ ਬਠਿੰਡੇ ਰਹਿੰਦਾ, ਗਰੀਬ ਆਦਮੀ ਹੈ। ਉਹਨਾਂ ਦਾ ਤਕਰੀਬਨ ਸਾਰਾ ਪਰਿਵਾਰ ਕਰੋਨਾ ਪੋਜ਼ਿਟਿਵ ਆ ਗਿਆ ਸੀ। ਘਰ 'ਚ ਪਹਿਲਾਂ ਵੀ 2-3 ਮੌਤਾਂ ਹੋ ਗਈਆਂ। ਤੀਜੀ ਮੌਤ ਜਦੋਂ ਉਹਨਾਂ ਦੇ ਫਾਦਰ ਸਾਹਿਬ ਹੈ ਜਿਹੜੇ ਗੌਰਵ ਸ਼ਰਮਾ, ਉਹ ਇੱਥੇ ਦਾਖਲ ਸੀਗੇ। ਉਹਨਾਂ ਨੂੰ ਪਲਾਜ਼ਮਾ ਵਗੈਰਾ ਲੱਗਿਆ। ਘਰ ਨੇ ਆਪਦਾ ਕੁਛ ਵੇਚ ਵੱਟ ਕੇ ਉਹਨਾਂ ਨੂੰ 6 ਲੱਖ ਰੁਪਈਆ ਪਹਿਲਾਂ ਜਮ੍ਹਾਂ ਕਰਾਤਾ ਸੀ। ਉਹ ਤੋਂ ਬਾਅਦ ਜਦੋਂ ਉਹਦੀ ਡੈਥ ਹੋ ਗਈ ਤਾਂ ਹਸਪੀਟਲ ਨੇ ਜਿਹੜੀ ਡਿਮਾਂਡ ਰੱਖੀ ਕਿ ਤੁਹਾਡਾ ਬਿੱਲ 4-5 ਲੱਖ ਦਾ ਬਣਿਆ ਪਿਆ, ਤੁਸੀਂ ਉਹ ਬਿੱਲ ਪੇ ਕਰੋ ਤੇ ਲਾਸ਼ ਲੈ ਜਾਓ। ਜਦੋਂ ਬਠਿੰਡੇ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਤੇ ਸਾਡੀ ਜਥੇਬੰਦੀ ਸਿੱਧੂਪੁਰ ਨੂੰ ਪਤਾ ਲੱਗਿਆ ਤਾਂ ਅਸੀਂ ਇਹ ਆਪਦਾ ਧਰਮ ਸਮਝਿਆ ਕਿ ਇਨਸਾਨੀਅਤ ਦੇ ਨਾਤੇ ਸਾਨੂੰ ਇਸ ਕੰਮ 'ਚ ਆਉਣਾ ਚਾਹੀਦਾ। ਤਾਂ ਅਸੀਂ ਇੱਥੇ ਆ ਕੇ ਉਹਨਾਂ ਦੇ ਮੁਲਾਜ਼ਮਾਂ ਨਾਲ ਗੱਲ ਕੀਤੀ, ਜਿਹੜੇ ਨੀਚਲੇ ਪੱਧਰ ਦੇ ਸਬੋਰਡੀਨੇਟ ਮੁਲਾਜ਼ਮ ਸੀਗੇ। ਗੁੜੀਆ ਦਾ ਨਾਮ ਸੀ ਨੈਂਸੀ ਤੇ ਇੱਕ ਮੁਲਾਜ਼ਮ ਸੀ ਕਰਨਦੀਪ। ਉਹਨਾਂ ਨੇ ਕੋਈ ਗੱਲ ਸਿਰੇ ਨਹੀਂ ਲੱਗਣ ਦਿੱਤੀ। ਮੁਲਾਜ਼ਮ ਆਪਦੇ GM ਨਾਲ ਗੱਲ ਕਰਾਉਣੀ ਚਾਹੀਦੀ। ਜਦੋਂ ਅਸੀਂ ਥੋੜ੍ਹਾ ਜਿਹਾ ਅਗਰੈਸਿਵ ਹੋ ਕੇ ਸਾਨੂੰ ਇਸ ਗੱਲ 'ਤੇ ਭਾਵੁਕ ਹੋਏ ਕਿ ਅਸੀਂ ਨਹੀਂ ਇਹ ਕੰਮ ਕਰਾਉਣਾ, ਤਾਂ ਜਦੋਂ GM ਨਾਲ ਗੱਲ ਹੋਈ ਤਾਂ ਪਹਿਲਾਂ ਉਹ 2 ਲੱਖ, 1.5 ਲੱਖ ਕਾਫੀ ਉਹਨੇ ਸਾਡੇ ਨਾਲ ਸ਼ਰਤਾਂ ਰੱਖੀਆਂ। ਪਰ ਐਂਡ 'ਤੇ ਅਸੀਂ ਉਹਨਾਂ ਨੂੰ ਇਹ ਕਹਿਤਾ ਸੀ ਕਿ 10 ਮਿੰਟ ਦਾ ਸਮਾਂ ਅਸੀਂ ਤੁਹਾਨੂੰ ਦਿੰਦੇ ਹਾਂ, ਅਸੀਂ ਇੱਥੇ ਤੁਹਾਡਾ ਹਸਪਤਾਲ ਵੀ ਘੇਰਾਂਗੇ ਤੇ ਸਾਰੇ ਪਿੰਡਾਂ 'ਚੋਂ ਬੰਦੇ ਇਕੱਠੇ ਕਰਕੇ ਬਠਿੰਡੇ ਦੇ ਜਿਹੜੇ ਕੋਈ ਕਿਸਾਨ ਹਿੱਤੀ ਜਾਂ ਲੋਕ ਹਿੱਤੀ ਲੋਕ ਹੈ ਉਹਨਾਂ ਨੂੰ ਇਕੱਠੇ ਕਰਕੇ DC ਦਫ਼ਤਰ ਵੀ ਘੇਰਾਂਗੇ ਕਿ ਜਿਹੜੀਆਂ ਵੱਡੀਆਂ ਫੜਾਂ ਕੈਪਟਨ ਸਰਕਾਰ ਮਾਰਦੀ ਹੈ ਉਹ ਤੁਸੀਂ ਕਿੰਨੇ ਖਰੇ ਹੋ। ਤਾਂ ਐਂਡ 'ਤੇ ਜਥੇਬੰਦੀ ਦੀ ਤੇ ਬਠਿੰਡੇ ਦੇ ਸਮਾਜ ਸੇਵੀ ਲੋਕਾਂ ਦੀ ਜਿਹੜੀਆਂ ਕੋਈ ਹੋਰ ਪਾਰਟੀਆਂ ਇਕੱਠੀਆਂ ਹੋਈਆਂ ਉਹਨਾਂ ਦੀ ਜਿੱਤ ਹੋਈ ਹੈ। ਦੁੱਖ ਹੈ ਤਾਂ ਉਸ ਗੱਲ ਦਾ ਜਿਹੜੇ ਉਹ ਗਰੀਬ ਦਾ ਸਾਰਾ ਪਰਿਵਾਰ ਚਲਿਆ ਗਿਆ। ਉਹ ਕੁਦਰਤੀ ਆਫਤ ਸੀ, ਅਸੀਂ ਰੋਕ ਨਹੀਂ ਸਕਦੇ। ਪਰ ਹੁਣ ਹਸਪਤਾਲ ਨੂੰ ਅਸੀਂ ਇੱਕ ਸਿੰਗਲ ਪੈਨੀ ਨਹੀਂ ਦੇਣੀ। ਹਸਪਤਾਲ ਇਸ ਗੱਲ ਤੇ ਰੈਡੀ ਹੋਇਆ ਹੈ। ਸੋ ਜਿੱਤ ਲੜਦੇ ਲੋਕਾਂ बहुत ही ਰੀਅਰ ਤੋਂ ਰੀਅਰ ਕੇਸ ਆ। ਕੁਦਰਤ ਦੀ ਐਸੀ ਕਰੋਪੀ ਜਿਹੜੀ ਪਰਿਵਾਰ ਤੋਂ ਤਾਂ ਨਹੀਂ ਚੱਲੀ ਜਾਣੀ, ਆਮ ਇਨਸਾਨ ਵੀ ਨਹੀਂ ਚੱਲ ਸਕਦਾ ਕਿ ਪੂਰੇ ਦਾ ਪੂਰਾ ਪਰਿਵਾਰ ਖਤਮ ਹੋ ਗਿਆ। ਔਰ ਦੂਸਰਾ ਉੱਤੋਂ ਇੰਨਾ ਪੈਸਾ ਵੀ ਲੱਗ ਗਿਆ, ਫਿਰ ਵੀ ਕੀਮਤੀ ਜਾਨਾਂ ਨਹੀਂ ਬਚਾ ਸਕੀਆਂ। ਪਰ ਜੋ ਹਸਪਤਾਲਾਂ ਦਾ ਰਵੱਈਆ ਔਰ ਉਹਨਾਂ ਦੀ ਜਿਹੜੀ ਇਨਸਾਨੀਅਤ ਮਰੀ ਆ ਉਹ ਬੜੀ ਦੁਰਭਾਗਿਆਪੂਰਨ, ਦੁਖਦਾਈ ਹੈ। ਇਹੋ ਜਿਹੇ ਸਮੇਂ ਇਹੋ ਜਿਹੇ ਪਰਿਵਾਰ ਦੇ ਨਾਲ ਖੜਨਾ ਚਾਹੀਦਾ। ਇਕੱਲਾ ਪੈਸਾ ਹੀ ਮੁੱਖ ਨਹੀਂ ਆ। ਸਾਨੂੰ ਕਿਸੇ ਦਾ ਜੇ ਅਸੀਂ ਦਰਦ ਵੰਡਾ ਨਹੀਂ ਸਕਦੇ ਤਾਂ ਸਾਨੂੰ ਉਸ ਇਨਸਾਨ ਕਹਾਉਣ ਦਾ ਹੱਕ ਨਹੀਂ ਆ। ਅੱਜ ਇਹ ਪਰਿਵਾਰ UP ਤੋਂ ਸੀ ਜਿਨ੍ਹਾਂ ਦੇ ਇੱਥੇ 1 ਮਹੀਨੇ ਤੋਂ ਮੁਖੀਆ ਹਸਪੀਟਲ ਦੇ ਵਿੱਚ ਐਡਮਿਟ ਸੀਗਾ, ਲੇਕਿਨ ਕਰੋਨਾ ਕਾਰਨ ਉਹਨਾਂ ਦੇ ਫਾਦਰ ਦੀ, ਉਹਨਾਂ ਦੇ ਬ੍ਰਦਰ ਦੀ ਡੈਥ ਹੋ ਗਈ। ਪਰ ਹਸਪਤਾਲ ਦੇ ਵਿੱਚ ਕੋਈ ਸੰਜੀਦਗੀ ਨਹੀਂ ਦਿਖਾਈ। 6 ਲੱਖ ਰੁਪਇਆ ਦੇਣ ਦੇ ਬਾਅਦ ਵੀ ਹੋਰ ਪੈਸਾ ਬਣਾਇਆ ਸੀ, ਜਿਹੜਾ ਬਠਿੰਡੇ ਦੀਆਂ ਧਾਰਮਿਕ, ਸਮਾਜਿਕ, ਰਾਜਨੀਤਿਕ ਔਰ ਕਿਸਾਨ ਯੂਨੀਅਨ ਨੇ ਮਿਲ ਕੇ ਉਹਨਾਂ ਨੂੰ ਅਪੀਲ ਕੀਤੀ ਸੀ, ਜਿਹੜੀ ਉਹਨਾਂ ਨੇ ਸਾਡੀ ਸਵੀਕਾਰ ਕੀਤੀ। ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ, ਪਰ ਅੱਗੇ ਤੋਂ ਵੀ ਉਮੀਦ ਕਰਦੇ ਹਾਂ ਕਿ ਐਸੇ ਪਰਿਵਾਰਾਂ ਦੀ ਸਾਰਿਆਂ ਨੂੰ ਹੀ ਮਿਲ ਕੇ ਮਦਦ ਕਰਨੀ ਚਾਹੀਦੀ। मेरे पे पैसे नहीं है, मैं पैसे नहीं दे पाऊंगी इनको कहीं से भी। अभी ये क्या कह रहे हैं? डैडी नहीं दे रहे आपको? नहीं दे रहे, बोल रहे डेथ सर्टिफिकेट भी नहीं मिलेगा पैसे नहीं दोगे तो। बात यही हुई है कि यहाँ पर हमारे कज़न ब्रदर हूँ मैं, मेरा छोटा भाई था और 14 अप्रैल को हमने एडमिट कराया था इनको यहाँ पर। अभी 1.5 महीने पहले ही किसी रोज़गार की वजह से यहाँ आया था, लेकिन रोज़गार सेट नहीं हो पाया, तबीयत ख़राब हुई। 14 अप्रैल को हमें मजबूरी में एडमिट कराना पड़ा यहाँ पर। उसके बाद ट्रीटमेंट चलता रहा, कभी ठीक हो रही है तबीयत, कभी ख़राब हो रही है, और कल सुबह 5 बजे एक्सपायर हो गए। जबकि तबीयत ठीक थी फिर भी एक्सपायर हो गए। पता नहीं क्या किया इन्होंने, भगवान ही जाने। अब उसके बाद में कल जब हम बात करने आए पेमेंट के लिए, इनको बोला कि भाई हमारे घर की माली हालत बहुत ख़राब है,
9.5 लाख रुपए का इन्होंने बिल बना रखा है। हम लोगों ने 5,20,000 ऑलरेडी दे चुके हैं, 1 लाख रुपए प्लाज्मा का अलग दे रखे हैं। और अब स्थिति नहीं है। कारण ये है कि अभी जो भाई है, गौरव शर्मा नाम है इनका, इनके फादर हैं, वो अभी 6 दिन पहले ही गुड़गांव में हॉस्पिटलाइज थे, 20 दिन से वो एक्सपायर हो चुके हैं। इनके बड़े भाई अभी कुछ महीने पहले ही एक्सपायर हुए हैं। आज की डेट में घर में सिर्फ लेडीज़ रह गई हैं, कोई भी नहीं है। इनफैक्ट जो बड़ी अम्मी हैं वो भी हमारी हॉस्पिटलाइज हैं। तो पैसा का सोर्स जो था वो सब ख़त्म हो गया, ऑलरेडी कर्ज में है। सारा जल्दी सेल कर दिया हमने, जो सेविंग्स थी ख़त्म कर दिया। बाज़ार से जितना कर्ज उठाना था उठा दिया। अब हमारी बस की नहीं है पेमेंट करनी। इनको मजबूरी में हमने बताई इस बात की, लेकिन ये बात मानने को तैयार नहीं है। ये बोल रहे हैं कि आप पैसा देंगे जब भी हम बॉडी को आपको देंगे, क्रीमेट करेंगे, अदरवाइज़ हम अपने पास रखेंगे। आपने किसी प्रशासनिक अधिकारी से या किसी अपने अभी हम कोशिश कर रहे हैं, डायरेक्टली किसी से बात नहीं हुई। कुछ लोग हैं जिनसे हम संपर्क में हैं, बात कर रहे हैं, लेकिन वो भी प्रयास कर रहे हैं, लेकिन उनका कहना यही है कि हॉस्पिटल वालों किसी की नहीं सुनते हैं, वो नहीं मान रहे। अब हमारे साथ स्थिति ये है कि उनकी वाइफ बैठी हुई हैं, बच्चियां हैं यहाँ पर, अब कहाँ से लाएं, क्या करें। बेटियों की उम्र क्या है? बेटी की एक की उम्र है 10 साल की, एक की 7 साल की उम्र है। अब आप क्या मांग करते हैं? देखिए, मांग हमारी कुछ नहीं है। हमारी सिंपल सा ये है कि बॉडी को हमें हैंडओवर किया जाए, जिससे हम उसका प्रॉपर क्रीमेशन कर पाएँ। और पैसा देने की स्थिति में अब नहीं है हम। ये भी जो पैसा हमने किया है, हमने रिश्तेदारों सबने मिलकर किया है इसका। अब आगे नहीं कर सकते। लेडीज़ हैं घर में, हादसे पे हादसे हो रखे हैं, 3-4 मेंबर एकदम जा चुके हैं घर से, तो कहाँ से कैसे करेंगे।